ਸਤਿ ਸ਼੍ਰੀ ਅਕਾਲ ਜੀ ਸਾਰੇ ਵਿਊਅਰਸ ਦਾ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਗੈਟ ਇਟ ਡਨ ਐਜੂਕੇਸ਼ਨ ਕੰਸਲਟੈਂਟ ਵੱਲੋਂ। ਅੱਜ ਆਪਾਂ ਫੇਰ ਇੱਕ ਨਵਾਂ ਕੋਈ ਕਾਲਜ ਪਿਕ ਕਰਕੇ ਉਹਦੇ ਕੁਝ ਕੋਰਸਿਸ ਬਾਰੇ ਡਿਸਕਸ ਕਰਾਂਗੇ। ਮੇਨ ਮੋਟਿਵ ਇਸ ਵੀਡੀਓ ਦਾ ਇਹੀ ਹੈ ਜੀ, ਜੋ ਸਟੂਡੈਂਟ ਵੀਡੀਓਜ਼ ਦੇ ਥਰੂ ਚੈੱਕ ਕਰਦੇ ਇਨਫੋਰਮੇਸ਼ਨ, ਜੋ ਕਾਲਜਸ ਬਾਰੇ ਉਹ ਇਨਫੋਰਮੇਸ਼ਨ ਲੈਂਦੇ ਆ, ਉਹਨਾਂ ਨੂੰ ਪਤਾ ਲੱਗੇ ਕਿਹੜੇ ਤਰ੍ਹਾਂ ਦੇ ਕੋਰਸਿਸ ਹੈ, ਕਿੱਦਾਂ ਤਰ੍ਹਾਂ ਦੇ ਉਹਨਾਂ ਦੇ ਵਿੱਚ ਸਬਜੈਕਟ ਹੈ ਜੀ। ਕਿਉਂਕਿ ਬਾਅਦ ਵਿੱਚ ਸਾਡੇ ਕੋਲੇ ਸਟੂਡੈਂਟ ਅਪਰੋਚ ਕਰਦੇ ਆ ਜੀ, ਸਰ ਸਾਨੂੰ ਬੜੀ ਡਿਫਿਕਲਟੀ ਆ ਰਹੀ ਹੈ, ਸਾਡੇ ਅਕੋਰਡਿੰਗ ਇਹ ਸਬਜੈਕਟ ਨਹੀਂ ਸੀਗੇ, ਸਾਨੂੰ ਪਤਾ ਨਹੀਂ ਸੀ ਇਹਦੇ ਅੰਦਰ ਆਹ ਚੀਜ਼ਾਂ ਨੇ, ਹੁਣ ਅਸੀਂ ਬਹੁਤ ਮੁਸ਼ਕਿਲ ਫੀਲ ਕਰਦੇ ਹਾਂ ਇਹਨਾਂ ਨੂੰ ਕਰਨ ਲਈ। ਤਾਂ ਸਟੂਡੈਂਟ ਨੂੰ ਇੱਕ ਕਲੈਰਿਟੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਕੋਰਸ ਦੇ ਬੇਸ ਦੇ ਉੱਤੇ ਜਾ ਕੇ ਕੱਲ੍ਹ ਉਹਨਾਂ ਨੇ ਜੌਬ ਵੀ ਕਰਨੀ ਹੈ। ਇਹ ਸਿਰਫ ਕੋਰਸਿਸ ਇਸੇ ਕੰਮ ਲਈ ਨਹੀਂ ਹੁੰਦੇ ਕਿ ਬਾਹਰ ਜਾ ਕੇ ਤੁਸੀਂ ਆਪਣਾ ਸੈਟਲ ਹੋਣਾ, ਪਰ ਸੈਟਲ ਹੋਣ ਲਈ ਮੇਨ ਚੀਜ਼ ਇਹ ਹੈ ਕਿ ਤੁਹਾਨੂੰ ਉਹਦੇ ਅਕੋਰਡਿੰਗ ਜੌਬ ਵੀ ਮਿਲੇ। ਤਾਂ ਇਹ ਦੋ ਚੀਜ਼ਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਇੱਕ ਤਾਂ ਤੁਹਾਡਾ ਹੁਣ ਦਾ ਕੋਰਸ, ਜੋ ਇੰਡੀਆ ਦੇ ਵਿੱਚ ਤੁਸੀਂ ਕੁਝ ਪੜ੍ਹਿਆ ਹੋਇਆ ਹੈ, ਕੁਝ ਆਲਰੇਡੀ ਕੋਰਸਿਸ ਕੀਤੇ ਹੋਏ ਹੈ, ਉਹ ਕੋਰਸ ਨਾਲ ਤੁਹਾਡੇ ਇਹ ਕੋਰਸ ਮੈਚ ਕਰਨਗੇ ਤਾਂ ਹੀ ਤੁਹਾਨੂੰ ਕਾਲਜਸ ਅੱਗੇ ਇਨਵੀਟੇਸ਼ਨ ਲੈਟਰ ਦੇਣਗੇ, ਅਦਰਵਾਈਜ਼ ਕਾਲਜ ਲੈਟਰ ਨਹੀਂ ਦੇਗਾ ਜੀ, ਰਿਜੈਕਸ਼ਨ ਕੇਸ ਹੋ ਜਾਏਗਾ। ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ। ਤਾਂ ਇਹ ਜੋ ਕੋਰਸਿਸ ਅਸੀਂ ਸਪੈਸ਼ਲੀ ਇੰਟਰੋਡਿਊਸ ਕਰਦੇ ਉਹਨਾਂ ਸਟੂਡੈਂਟਸ ਲਈ ਜਿਹੜੇ +2 ਤੋਂ ਬਾਅਦ ਜਾਣਾ ਚਾਹੁੰਦੇ ਹਨ, ਅਤੇ ਉਹਨਾਂ ਲਈ ਸਭ ਤੋਂ ਵਧੀਆ ਓਪਰਚੁਨਿਟੀ ਇਹ ਹੁੰਦੀ ਹੈ ਕਿ ਉਹ ਕੋਈ ਵੀ ਕੋਰਸ ਸਿਲੈਕਟ ਕਰ ਸਕਦੇ। ਮੈਜੋਰਿਟੀ ਹੁੰਦੇ ਜਿਵੇਂ ਆਪਣੇ ਕੋਲ +2 ਨਾਨ ਮੈਡੀਕਲ ਕਰ ਲਈ ਸਟੂਡੈਂਟ ਨੇ, ਉਸ ਤੋਂ ਬਾਅਦ ਕਿੰਨੇ ਕੋਰਸਿਸ ਓਪਨ ਹੋ ਜਾਂਦੇ ਆ। ਇਸ ਵਾਰ ਜੀ ਆਪਾਂ ਡਿਸਕਸ ਕਰਾਂਗੇ CDI ਕਾਲਜ, ਜੋ ਕਿ ਮੌਂਟਰੀਅਲ ਦੇ ਵਿੱਚ ਹੈ। ਐਂਡ CDI ਕਾਲਜ ਬਹੁਤ ਹੀ ਫੇਮਸ ਹੈ। ਇਹਨਾਂ ਦੇ ਕੁਝ ਕੈਂਪਸਿਸ ਹੈਗੇ ਆ ਬ੍ਰਿਟਿਸ਼ ਕੋਲੰਬੀਆ ਦੇ ਅੰਦਰ, ਐਲਬਰਟਾ ਦੇ ਅੰਦਰ, ਮੈਨੀਟੋਬਾ ਦੇ ਅੰਦਰ, ਓਨਟਾਰੀਓ ਐਂਡ ਕਿਊਬੈਕ। ਤਾਂ ਅੱਜ ਜੋ ਆਪਾਂ ਡਿਸਕਸ ਕਰਾਂਗੇ ਇਟ ਇਜ਼ ਸਪੈਸ਼ਲੀ ਅਬਾਊਟ ਦ ਕਿਊਬੈਕ ਕਾਲਜ। ਤੇ ਜਾਂਦੇ ਜੀ ਔਨ ਕੈਂਪਸ ਕੁਝ ਕੋਰਸਿਸ ਹੈਗੇ ਆ। These are directly related to some subjects like art and design, business, dental, early childhood education, healthcare, legal and technology। ਤਾਂ ਪਹਿਲਾਂ ਵਾਲੀ ਜੋ ਵੀਡੀਓ ਸੀਗੀ ਉਹ ਸਾਡੇ ਟੈਕਨੋਲੋਜੀਕਲ ਕੋਰਸਿਸ ਦੇ ਬਾਰੇ ਰਹੀਆਂ ਨੇ। ਅੱਜ ਜੋ ਆਪਾਂ ਵੀਡੀਓ ਬਣਾ ਰਹੇ ਹਾਂ, ਅਗੇਨ ਦਿਸ ਇਜ਼ ਫॉर ਬਿਜ਼ਨਸ ਕੋਰਸਿਸ। ਤਾਂ ਬਿਜ਼ਨਸ ਕੋਰਸਿਸ ਆਪਾਂ ਕਿਉਂ ਜ਼ਿਆਦਾ ਪਿਕ ਕਰਦੇ ਹਾਂ? ਜਨਰਲੀ ਕੀ ਹੁੰਦਾ, ਜੋ ਸਾਡੇ ਕੋਲ ਸਟੂਡੈਂਟ ਆਉਂਦੇ ਨਾ, ਲਾਈਕ ਜਿਨ੍ਹਾਂ ਨੇ ਕਾਲਜ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਉਹ ਸਾਨੂੰ ਕਹਿੰਦੇ ਕਿ ਸਰ ਕੋਈ ਇੱਦਾਂ ਦਾ ਕੋਰਸ ਹੋਵੇ ਜਿਹਦੇ ਵਿੱਚ ਸਾਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ, ਜ਼ਿਆਦਾ ਟਾਈਮ ਨਾ ਲੱਗਦਾ ਹੋਵੇ, ਫੀਸ ਠੀਕ ਠਾਕ ਜੀ ਹੋਵੇ, ਅਤੇ ਸਾਨੂੰ ਮੇਨਲੀ ਹੈ ਜੋ ਕੰਸਰਨ ਕਿ ਉਹਨਾਂ ਨੂੰ ਜੌਬ ਮਿਲ ਜਾਏ। ਤਾਂ ਬਿਜ਼ਨਸ ਕੋਰਸਿਸ ਦੇ ਅੰਦਰ ਜੌਬਸ ਈਜ਼ੀਲੀ ਮਿਲ ਜਾਂਦੀਆਂ, ਪਰ ਅਸੀਂ ਰეკਮੈਂਡ ਕਰਾਂਗੇ ਇਹ ਕੋਰਸਿਸ ਸਿਰਫ ਉਹੀ ਸਟੂਡੈਂਟ ਆਪਟ ਕਰਨ ਜਿਨ੍ਹਾਂ ਦਾ ਬੈਕਗਰਾਊਂਡ ਬਿਜ਼ਨਸ ਰਿਲੇਟਿਡ ਹੈ, ਦੈਟ ਇਜ਼ ਦੇ ਹੈਵ ਡਨ BBA ਔਰ MBA। ਤਾਂ ਉਹੀ ਕੋਰਸਿਸ, ਉਹੀ ਸਟੂਡੈਂਟਸ ਇਹਨਾਂ ਦੇ ਵਿੱਚ ਐਨਰੋਲ ਹੋ ਜਾਣ, ਉਹਨਾਂ ਲਈ ਬਹੁਤ ਬੈਨੀਫੀਸ਼ੀਅਲ ਹੋਏਗਾ। ਅਗਰ ਤੁਹਾਡੇ ਕੋਲ ਟੈਕਨੀਕਲ ਬੈਕਗਰਾਊਂਡ, ਅਗਰ ਤੁਸੀਂ BTech ਵਗੈਰਾ ਕੀਤੀ ਹੈ, ਗੋ ਫॉर ਟੈਕਨੋਲੋਜੀ ਕੋਰਸਿਸ। ਅਗਰ ਤੁਹਾਡੇ ਕੋਲ ਜੈਨਰਿਕ ਹੈ, BSc ਵਗੈਰਾ ਕੀਤੀ ਹੋਈ ਹੈ, ਦੈਨ ਗੋ ਫॉर ਕੋਰਸਿਸ ਲਾਈਕ अर्ਲੀ ਚਾਈਲਡਹੁੱਡ ਐਜੂਕੇਸ਼ਨ। ਅਗਰ ANM GNM ਕੀਤੀ ਹੈ, ਨਰਸਿੰਗ ਦਾ ਕੁਝ ਕੋਰਸ ਕੀਤਾ, ਗੋ ਫॉर ਹੈਲਥ ਕੇਅਰ। ਤਾਂ ਆਪਣੀ ਉਹੀ ਲਾਈਨ ਨੂੰ ਲਓ। ਇਹਦੇ ਨਾਲ ਕੀ ਹੋਏਗਾ ਜੀ, ਤੁਹਾਡੇ ਇੱਕ ਤਾਂ ਬਹੁਤ ਵਧੀਆ ਰਿਸਪੌਂਸ ਤੁਹਾਨੂੰ ਮਿਲੇਗਾ, ਕਾਲਜ ਦੀ ਅਸੈਪਟੈਂਸ ਲੈਟਰ ਛੇਤੀ ਮਿਲ ਜਾਏਗੀ। ਐਂਡ ਸੈਕਿੰਡਲੀ ਕੱਲ੍ਹ ਨੂੰ ਜਦੋਂ ਤੁਸੀਂ ਆਪਣਾ ਅੱਗੇ ਪੜ੍ਹਨਾ, ਉਹਦੇ ਵਿੱਚ ਤੁਹਾਨੂੰ ਬਹੁਤ ਹੈਲਪ ਹੋ ਜਾਏਗੀ, ਕਿਉਂਕਿ ਟਰਮੀਨੋਲੋਜੀ ਦੇ ਬਾਰੇ ਤੁਹਾਨੂੰ ਪਤਾ ਹੋਏਗਾ। ਨਵੇਂ ਸਟੂਡੈਂਟਸ ਹੁੰਦੇ ਆ ਜਿਹੜੇ ਕੋਰਸ ਸਟਰੀਮ ਚੇਂਜ ਕਰਨ ਦੀ ਕੋਸ਼ਿਸ਼ ਕਰਦੇ, ਉਹਨਾਂ ਨੂੰ ਦੂਸਰੇ ਕੋਰਸ ਦੀ ਟਰਮੀਨੋਲੋਜੀ ਨਹੀਂ ਪਤਾ ਹੁੰਦੀ, ਅਤੇ ਇਸ ਕਰਕੇ ਉਹਨਾਂ ਨੂੰ ਕੰਮ ਕਰਨ 'ਚ ਬੜੀ ਦਿੱਕਤ ਆਉਂਦੀ ਹੈ। ਚਲੋ ਜੀ, ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਡਾਇਰੈਕਟਲੀ ਮੂਵ ਕਰਦੇ ਹਾਂ CDI ਕਾਲਜ ਕਿਊਬੈਕ ਦੇ ਅੰਦਰ, ਜੋ ਆਪਾਂ ਮੌਂਟਰੀਅਲ 'ਚ ਹੈ। ਇਹ ਬਿਜ਼ਨਸ ਪ੍ਰੋਗਰਾਮਸ ਆਪਾਂ ਡਿਸਕਸ ਕਰਦੇ ਹਾਂ। ਤਾਂ ਬਿਜ਼ਨਸ ਪ੍ਰੋਗਰਾਮ ਜਿਹੜੇ ਇਹ ਆਫਰ ਕਰ ਰਹੇ ਆ, ਮੇਨਲੀ ਇਹ 4 ਸਿਲੈਕਟ ਕੀਤੇ ਹੋਏ ਆ ਜੀ ਇਹਨਾਂ ਨੇ। ਅਤੇ 4 ਦੇ ਵਿੱਚ ਕੀ ਹੈ? ਪਹਿਲਾ ਹੈਗਾ ਜੀ ਫਾਈਨੈਂਸ਼ੀਅਲ ਮੈਨੇਜਮੈਂਟ, ਕੋਡ ਹੈਗਾ LEA.AC। ਦੂਸਰਾ ਹੈਗਾ ਪ੍ਰੋਪਰਟੀ ਐਂਡ ਕੈਜੂਅਲਿਟੀ ਇੰਸ਼ੋਰੈਂਸ, LCA.BF। ਤੀਸਰਾ ਹੈਗਾ ਜੀ ਸੋਸ਼ਲ ਮੀਡੀਆ ਮੈਨੇਜਮੈਂਟ, NWY.1W। ਔਰ ਲਾਸਟ 'ਤੇ ਆ ਗਿਆ ਜੀ ਆਪਣੇ ਕੋਲ ਸਪਲਾਈ ਚੇਨ ਮੈਨੇਜਮੈਂਟ, LCA.FL। ਅੱਜ ਆਪਾਂ ਸਪਲਾਈ ਚੇਨ ਮੈਨੇਜਮੈਂਟ ਨੂੰ ਡਿਸਕਸ ਕਰਾਂਗੇ। ਬਹੁਤ ਹੀ ਵਧੀਆ ਕੋਰਸਿਸ ਹੈ। ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਸਾਰਾ ਕੰਮ ਟਰਾਲਿਆਂ ਦੇ ਥਰੂ ਹੋ ਰਿਹਾ, ਕਿਉਂਕਿ ਉੱਥੇ ਜੋ ਵੀ ਟਰਾਂਸਪੋਰਟੇਸ਼ਨ ਹੈ ਮੈਜੋਰਿਟੀ ਉਹ ਟਰਾਲਿਆਂ ਦੇ ਨਾਲ ਹੀ ਪੋਸੀਬਲ ਕੀਤੀ ਜਾਂਦੀ ਹੈ। ਇਸ ਕਰਕੇ ਸਪਲਾਈ ਚੇਨ ਮੈਨੇਜਮੈਂਟ ਦਾ ਬਹੁਤ ਅੱਛਾ ਰੋਲ ਹੈ, ਔਰ ਬੜੀ ਅੱਛੀਆਂ ਉੱਥੇ ਓਪਰਚੁਨਿਟੀਜ਼ ਹੈਗੀਆਂ। ਇਹਨਾਂ ਨੂੰ ਤੁਸੀਂ ਗ੍ਰੈਬ ਕਰੋ, ਜੌਬਸ ਵਗੈਰਾ ਕਰ ਸਕਦੇ ਹੋ ਜੀ। ਕੁਝ ਕੋਰਸਿਸ ਇਹ ਇੱਦਾਂ ਦੇ ਹੁੰਦੇ ਆ ਜਿਹੜੇ ਇਹਨਾਂ ਕੋਰਸਿਸ ਤੋਂ ਇਲਾਵਾ ਤੁਸੀਂ ਕੁਝ ਕਰ ਸਕਦੇ ਹੋ। ਕੁਝ ਸਪੈਸੀਫਿਕੇਸ਼ਨਸ ਹੋ ਜਾਂਦੀਆਂ ਤੁਹਾਡਾ ਸਪੈਸ਼ਲਾਈਜੇਸ਼ਨਸ ਹੋ ਜਾਂਦੀਆਂ, ਉਹ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਪੈਕੇਜ ਸਿਕਿਉਰ ਕਰਨ ਦੇ ਵਿੱਚ ਹੈਲਪ ਕਰਦੇ ਆ। ਤਾਂ ਚਲੋ ਜੀ, ਆਪਾਂ ਹੁਣ ਇਸ ਕੋਰਸ ਦੇ ਜੌਬ ਅਪੋਰਚੁਨਿਟੀਜ਼ ਦੇਖਦੇ ਹਾਂ ਜੀ। ਜੌਬ ਅਪੋਰਚੁਨਿਟੀਜ਼ ਦੇ ਅੰਦਰ ਤੁਹਾਨੂੰ ਕੁਝ ਇੱਦਾਂ ਦੀਆਂ ਅਪੋਰਚੁਨਿਟੀਜ਼ ਮਿਲਣਗੀਆਂ, ਜਿਵੇਂ ਕਿ ਸਪੈਸ਼ਲਿਸਟ ਇਨ ਐਕੁਜ਼ੀਸ਼ਨ ਐਂਡ ਪ੍ਰੋਕਿਉਰਮੈਂਟ।
ਤਾਂ ਕੰਪਨੀ ਨੇ ਮਾਲ ਜੋ ਹੈ ਸਮੇਂ ਸਿਰ ਮੰਗਾਉਣਾ ਹੁੰਦਾ ਹੈ ਆਪਣਾ, ਤਾਂ ਉਹ ਐਕਵਾਇਰ ਕਰਨਾ ਹੈ, ਐਕਵਾਜ਼ਿਟ ਕਰਨਾ ਹੈ ਐਂਡ ਪ੍ਰੋਕਿਉਰਮੈਂਟ ਵੀ ਕਰਨੀ ਹੈ, ਤਾਂ ਉਹਨਾਂ ਦੇ ਵਿੱਚ ਤੁਹਾਡੀ ਸਪੈਸ਼ਲਿਸਟ ਜੌਬ ਹੋ ਜਾਂਦੀ ਹੈ। ਤੁਸੀਂ ਇਨਵੈਂਟਰੀ ਨੂੰ ਚੈੱਕ ਕਰਦੇ ਹੋਏ ਸਿਰਫ ਇਹੀ ਦੇਖਣਾ ਕਿ ਕਿਹੜਾ ਕੰਮ ਕਿੰਨੀ ਰਿਕੁਆਇਰਮੈਂਟ ਹੈ ਕਿਹੜੇ ਪ੍ਰੋਡਕਟ ਦੀ, ਉਹਨੂੰ ਕਦੋਂ ਮੰਗਾਉਣਾ, ਤਾਂ ਕਿ ਜੋ ਤੁਸੀਂ ਅੱਗੇ ਸਪਲਾਈ ਦੇਣੀ ਹੈ ਜਾਂ ਤੁਹਾਡੇ ਅਗਰ ਸਟੋਰ ਦੇ ਵਿੱਚ ਰਿਕੁਆਇਰਮੈਂਟ ਹੈ ਤਾਂ ਉਹ ਕਦੇ ख़त्म ना होए जी। टैरिफ कोऑर्डिनेटर हो गया जी, सेल्स फोरकास्ट एनालाइजर हो गया, सप्लाई चेन कोऑर्डिनेटर हो गया, इन्वेंटरी कंट्रोल एनालिस्ट हो गया, शिपिंग एंड रिसीविंग क्लर्क हो गया। ये सारियां जड़ियाँ जॉब अपॉर्चुनिटीज़ हैं इसे कोर्स नाल रिलेटेड है। सप्लाई एंड डिमांड एनालिस्ट ये काफ़ी रिक्वायरमेंट यदी हाई रहिंदी है। सेल्स डायरैक्टर थोड़ी जी वड्डी पोस्ट है, समय ते एक्सपीरियंस दे नाल ही मिलूगी। सप्लाई चेन प्लैनर, इन्वेंटरी मैनेजर, वेयर हाउस मैनेजर, ट्रांसपोर्ट सुपरवाइजर, ये जड़ियाँ जॉब्स हैं तुहानूं ईजीली मिल जांदियां। आपां एक सिंपल जिहा सिनैरियो करदे आ, आपां इत्थे चैक करदे आ, मैं तुहाडे लई कुछ ऑलरेडी चैक कीतियां अज दियां करंट जो देख रहे हैं आपां, है ना जी। तो कुछ जॉब अपॉर्चुनिटीज़ इन्हां कोर्स दे रिलेटेड आपां चैक कर लैंदे आ seek.com.au दे उपर। तां कुछ जॉब लोकेशन जिवें कि एक अपने को लोकेशन है साउथ वैस्ट सिडनी ਦੇ ਵਿੱਚ ਹੈ ਜੀ ਅਵੇਲੇਬਿਲਿਟੀ। ਦੇਖੋ ਇਹ ਜੌਬ ਬਿਲਕੁਲ ਲੇਟੈਸਟ ਹੈ, 3 ਫੈਬਰਰੀ ਯਾਨੀ ਕਿ ਕੱਲ ਹੀ ਜੌਬ ਪੋਸਟ ਪਾਈ ਹੋਈ ਹੈ। ਸੋ ਯੂ ਕੈਨ ਹੈਵ ਐਨ ਆਈਡੀਆ। ਵੇਅਰ ਹਾਊਸ ਮੈਨੇਜਰ ਦੀ ਜਿਹੜੀ ਤੁਹਾਨੂੰ ਪੋਸਟ ਮਿਲੇਗੀ ਉਹਦੇ ਵਿੱਚ ਕੀ ਹੈ, ਤੁਸੀਂ 10 ਸਟਾਫ ਮੈਂਬਰਸ ਦੀ ਟੀਮ ਨੂੰ ਮੈਨੇਜ ਕਰਨਾ ਹੈ। ਪਿਕ ਪੈਕਰਸ ਦਾ ਕੰਮ ਹੈ ਜੀ, ਇੰਸਟਾਲੇਸ਼ਨ ਹੈ, ਐਡ ਹੌਕ ਪ੍ਰੋਜੈਕਟਸ ਹੈ, ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ। ਤਾਂ ਸੈਲਰੀ ਦੇਖੋ ਜੀ 1,10,000 ਤੋਂ ਲੈ ਕੇ $1,30,000 ਪਲੱਸ ਸੁਪਰ फुल टाइम जॉब है। वेयर हाउस की कोर जॉब है, तुसी इनू इदां दीयां जॉब्स अपलाई कर सकते हैं। होर अपॉर्चुनिटीज़ भी हैं। वेयर हाउसिंग एंड लॉजिस्टिक्स मैनेजर 27 जनवरी 2021 ਨੂੰ पाई हुई है जी ये पोस्ट। तो इन्होंने जॉब रोल लिखे हुए हैं, की करना तुसी है ना, कि किदां दी इन्हां दी रिक्वायरमेंट्स हैं, की कुछ है। फॉर एग्जांपल ये लिखा है कि मिनिमम 5 ईयर्स एक्सपीरियंस इन सिमिलर रोल। तो एक्सपीरियंसड कैंडीडेट्स लिए ये बन जाती है। तो आप कुछ बिगिनर्स लिए भी देख सकते हैं, उन्होंने मैंशन किया होगा कि फ्रैशर्स कैन ऑल्सो अपलाई। तो कहने का मतलब ये है कि मेनली आप ये चैक कर रहे हैं क्योंकि आपको पता है कि ये सारिया जॉब्स अपने को ईस्टर्न सबर्ब्स मेलबॉर्न के अंदर भी अवेलेबल है जॉब। बहुत जॉब्स हैं जी ये तो मिलदियाँ रहनियाँ रेगूलरली, तुम चैक करते रहोगे अलग अलग रोल के जिमें कि इतने सप्लाई चेन एनालिस्ट हैगा जी, बहुत अच्छी कंपनी है, वधिया पैकेज प्रोवाइड कर रही है। सिडनी नॉर्थ शोर एंड नॉर्दर्न बीचेस के अंदर ये अपनी सर्विसेज दे रहे हैं जी। एंड फरदर तुहाडे कोल होर किन्ने तरह दी कंपनीज हैं जी। तुसी जिवें हुण इन्हां ने मैंशन ही करता जी स्टार्टिंग $1,20,000 है जिहड़ा कि ऑस्ट्रेलियन डॉलर तो ये काम शुरू होएगा। एंड वी हैव अ लॉट ऑफ थिंग्स है ना। हुण इन्हें लिखता देखो की चीज़ां हैं, तुहानूं पर्क्स की दे रहे हैं। ग्रेट वर्क लाइफ बैलेंस, 5 वीक्स एनुअल लीव, वर्क इन टाइम एंड कोलैबोरेटिव फ्रेंडली सपोर्ट एंड लीडिंग इंटरनेशनल रिटेलर। बहुत वधिया इन्हां दे ਇਹ ਕੰਪਨੀਆਂ ਦੇ ਵਿੱਚ ਜਦੋਂ ਕੋਈ ਵੀ ਕੈਂਡੀਡੇਟ ਕੰਮ ਕਰਦਾ ਉਸ ਤੋਂ ਬਾਅਦ ਉਹਨੂੰ ਪਤਾ ਲੱਗਦਾ ਕਿ ਹੋਰ ਕਈ ਚੀਜ਼ਾਂ ਕੀ ਮਿਲਦੀਆਂ ਉਹਨਾਂ ਨੂੰ। ਕੋਈ ਚੀਜ਼ ਕੁਝ ਫੈਸਿਲਿਟੀਜ਼ ਉਹ ਇੱਥੇ ਜੌਬ ਦੇ ਵਿੱਚ ਮੈਂਸ਼ਨ ਨਹੀਂ ਕਰਦੇ। ਇਟ ਡਿਪੈਂਡਸ ਪਿਓਰਲੀ ਕਿ ਤੁਸੀਂ ਕਿੰਨਾ ਐਫਰਟ ਕਰ ਰਹੇ ਹੋ, ਕਿੰਨਾ ਅੱਛਾ ਕਰ ਰਹੇ ਹੋ, ਅਤੇ ਤੁਸੀਂ ਉਹਨਾਂ ਦੇ ਅਕੋਰਡਿੰਗਲੀ ਚੈੱਕ ਕਰ ਸਕਦੇ ਹੋ। ਤਾਂ ਵੀ ਹੈਵ ਡਿਮਾਂਡ ਐਂਡ ਸਪਲਾਈ ਪਲੈਨਰ, ਪਲੈਨਿੰਗ ਕਰਨੀ ਹੈ, ਰੀਡ ਕਰਨੇ ਉਹਨਾਂ ਦੇ ਸਟੈਟਿਸਟਿਕਸ, ਕਿੰਨੀ ਡਿਮਾਂਡ ਹੈ, ਕਿੰਨੀ ਸੇਲ ਹੈ, ਉਹਨਾਂ ਦੇ ਅਕੋਰਡਿੰਗ ਸਪਲਾਈ ਚੇਨ ਕੋਆਰਡੀਨੇਟਰ, ਐਨਾਲਿਸਟ, ਇੱਦਾਂ ਦੀਆਂ ਜੌਬਸ ਬੜੀ ਈਜ਼ੀਲੀ ਮਿਲ ਜਾਂਦੀਆਂ। ਰੇਟਿੰਗ ਬੜੀ ਅੱਛੀ ਹੁੰਦੀ ਹੈ ਜੀ, ਅੱਛਾ ਕਰੀਅਰ ਬਣ ਜਾਂਦਾ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਹ ਹੀ ਕੋਰਸ ਦੇ ਥਰੂ ਇੱਦਾਂ ਦੀਆਂ ਜੌਬਸ ਨੂੰ ਅਪਰੋਚ ਕਰ ਸਕਦੇ ਹੋ। ਨੈਕਸਟ ਜੋ ਪਾਰਟ ਹੈ ਜੀ ਉਹਦੇ ਵਿੱਚ ਆਪਣੇ ਕੋਲ ਆ ਗਿਆ ਪ੍ਰੋਗਰਾਮ ਕੋਰਸਿਸ। ਇਹਦੇ 'ਚ ਉਹ ਸਾਰੇ ਸਬਜੈਕਟਸ ਬਾਰੇ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਜਿਹੜੇ ਕਿ ਉਹਨਾਂ ਨੇ ਤੁਹਾਨੂੰ ਉੱਥੇ ਟੀਚ ਕਰਨੇ ਆ। ਤਾਂ ਇਹ ਹੈ ਜੀ ਸਾਡਾ ਪ੍ਰਾਇਮਰੀ ਕੰਮ ਕਿ ਤੁਹਾਡੇ ਸਬਜੈਕਟਸ ਦੇ ਨਾਲ ਤੁਹਾਨੂੰ ਜੋ ਵੀ ਸਮਝਾਉਣਾ ਪੜ੍ਹਾਉਣਾ, ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਅਸਾਈਨਮੈਂਟ ਦੇ ਵਿੱਚ ਹੈਲਪ ਚਾਹੀਦੀ ਹੈ, ਅਸੀਂ ਉਹ ਸਾਰਾ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ ਜੀ। ਐਂਡ ਐਡਵਰਟੀਜ਼ਮੈਂਟ ਤੁਸੀਂ ਪਹਿਲਾਂ ਹੀ ਦੇਖ ਲਈ ਹੋਣੀ, ਸਟਾਰਟਿੰਗ 'ਤੇ ਹੀ ਲੱਗੀ ਹੋਈ ਸੀਗੀ ਜੀ। ਮੈਂ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਦਾ, ਗੈਟ ਇਟ ਡਨ ਐਡੂਕੇਸ਼ਨ ਕੰਸਲਟੈਂਟ ਵੱਲੋਂ ਹੈ ਜੀ। ਇਸ ਵਾਰ ਅਸੀਂ 2021 ਦੇ ਵਿੱਚ ਜੋ ਆਟੋਮੋਟਿਵ ਕੋਰਸਿਸ ਹੈ ਉਹਨਾਂ ਦੇ ਵਿੱਚ ਵੀ ਐਂਟਰ ਕਰ ਗਏ ਹਾਂ। ਐਂਡ ਸਭ ਤੋਂ ਜੋ ਮੇਨ ਸਾਡੀ ਗੱਲ ਹੈ ਜੀ, ਅਸੀਂ ਆਪਣਾ ਕੰਮ ਆਪ ਕਰਦੇ ਹਾਂ। ਸਾਡੇ ਕੋਲ ਜਿਹੜੇ ਮੈਂਬਰਸ ਹੈ, ਜਿਹੜੇ ਟੀਮ ਹੈ, ਉਹਦੇ 'ਚ ਅਸਿਸਟੈਂਟ ਪ੍ਰੋਫੈਸਰਸ ਹੈ ਜੀ, ਲੈਕਚਰਰਸ ਹੈ ਜੋ ਕਿ ਐਕਸਪੀਰੀਅੰਸਡ ਕੈਂਡੀਡੇਟਸ ਹੈ। ਇਹ ਸਾਰੀਆਂ ਸਟਰੀਮਸ ਦੇ ਉਹੀ ਸਟੂਡੈਂਟਸ ਦੇ ਲਈ ਜੋ ਵੀ ਉਹਨਾਂ ਨੂੰ ਸਮਝਾਉਣਾ, ਜੋ ਵੀ ਟੌਪਿਕ ਪੜ੍ਹਾਉਣਾ ਹੈ, ਉਹਨਾਂ ਦੀ ਕੋਚਿੰਗ ਹੈ, ਉਹਨਾਂ ਦੀ ਅਸਾਈਨਮੈਂਟ ਦੀ ਕੋਈ ਹੈਲਪ ਹੈ, ਕੋਈ ਚੀਜ਼ ਨਹੀਂ ਸਮਝ ਆ ਰਹੀ, ਉਹ ਸਭ ਪ੍ਰੋਵਾਈਡ ਕੀਤਾ ਜਾਂਦਾ ਜੀ।
ਤਾਂ ਅਗਰ ਤੁਹਾਡੇ ਵੀ ਕੋਈ ਤੁਸੀਂ ਕੁਝ ਕੋਰਸ ਕਰ ਰਹੇ ਹੋ ਐਂਡ ਯੂ ਵਾਂਟ ਟੂ ਡੂ ਐਨੀ ਕਾਈਂਡ ਆਫ ਜਿਵੇਂ ਆਪਾਂ ਉਹਨੂੰ ਕਹਿੰਦੇ ਹਾਂ ਕਿ ਕੋਈ ਅਸਾਈਨਮੈਂਟ ਆ ਗਈ ਉਹਦੇ 'ਚ ਕੋਈ ਹੈਲਪ ਲੈਣੀ ਹੈ ਜਾਂ ਕੁਝ ਵੀ ਕੋਈ ਸੁਜੈਸ਼ਨ ਹੈ ਐਡਮਿਸ਼ਨ ਟੂ ਦ ਕਾਲਜ ਉਹ ਸਾਰਾ ਕੁਝ ਪੁੱਛ ਸਕਦੇ ਹੋ। WhatsApp ਨੰਬਰ ਨੀਚੇ ਮੈਂਸ਼ਨ ਕੀਤਾ ਹੋਇਆ 9463628940 ਫ੍ਰੀ ਆਫ ਕਾਸਟ ਹੈ ਜੀ। ਯੂ ਕੈਨ ਆਸਕ ਫॉर ਐਨੀ ਕਾਈਂਡ ਆਫ ਹੈਲਪ। ਐਂਡ ਨਾਓ ਵਿਲ ਕਮ ਬੈਕ ਟੂ ਦ ਪ੍ਰੋਗਰਾਮ ਕੋਰਸਿਸ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਗਰਾਮ ਕੋਰਸ ਮਿਲੇਗਾ ਸਪਲਾਈ ਚੇਨ ਮੈਨੇਜਮੈਂਟ ਪ੍ਰੋਫੈਸ਼ਨ। ਇਸ ਕੋਰਸ ਦੇ ਬਾਰੇ ਤੁਹਾਨੂੰ ਸਿਰਫ ਇਹੀ ਦੱਸਿਆ ਜਾਏਗਾ ਕਿ ਪਬਲਿਕ ਬੋਡੀਜ਼ ਕਿੱਦਾਂ ਦੀਆਂ ਹੈਗੀਆਂ ਆਸਟ੍ਰੇਲੀਆ ਦੇ ਅੰਦਰ, ਉਹਨਾਂ ਦੇ ਅੰਦਰ ਕਿੱਦਾਂ ਦੇ ਕੰਮ ਹੁੰਦੇ ਆ, ਵਰਕ ਐਥਿਕਸ ਕੀ ਹੈ, ਫਾਈਨੈਂਸ਼ੀਅਲ ਵਰਕਸ ਕੀ ਹੈ, ਫਲੋ ਮੈਨੇਜਮੈਂਟ ਕਿੱਦਾਂ ਦਾ ਹੈ, ਕਿੱਦਾਂ ਵਰਕ ਫਲੋਜ਼ ਹੁੰਦੇ ਆ, ਕਿੱਦਾਂ ਕੋਆਰਡੀਨੇਸ਼ਨ ਹੁੰਦੀ ਹੈ। ਤਾਂ ਇਹ ਪ੍ਰੀਲਿਮਿਨਰੀ ਸਬਜੈਕਟ ਦੇ ਵਿੱਚ ਹੀ ਆ ਜਾਂਦਾ ਹੈ ਜੀ। ਪਹਿਲੇ ਜਦੋਂ ਤੁਸੀਂ ਜਾਓਗੇ ਪਹਿਲੇ ਸਮੈਸਟਰ 'ਚ ਤੁਹਾਨੂੰ ਇਹ ਸਬਜੈਕਟ ਆ ਜਾਣਗੇ। ਉਸ ਤੋਂ ਬਾਅਦ ਨੈਕਸਟ ਜੋ ਤੁਹਾਡੇ ਕੋਲੇ ਆਉਂਦਾ ਇੰਟਰੋਡਕਸ਼ਨ ਟੂ ਇਨਫੋਰਮੇਸ਼ਨ ਟੈਕਨੋਲੋਜੀ, ਕਿਉਂਕਿ ਆਪਾਂ ਨੂੰ ਪਤਾ ਕਿ ਜਿੰਨਾ ਵੀ ਕੰਮ ਹੋ ਰਿਹਾ ਹੈ ਸਪਲਾਈ ਚੇਨ ਮੈਨੇਜਮੈਂਟ ਦਾ ਉਹ ਸਾਰਾ ਦਾ ਸਾਰਾ ਕੰਪਿਊਟਰਸ ਦੀ ਹੈਲਪ ਨਾਲ ਹੋਣਾ। ਤਾਂ ਤੁਹਾਡੇ ਕੋਲੇ ਕੁਝ ਇੱਦਾਂ ਦੀਆਂ ਐਪਲੀਕੇਸ਼ਨਸ ਹੋਣਗੀਆਂ ਜਿਹੜੀਆਂ ਕਿ ਕੰਪਨੀ ਪ੍ਰੋਵਾਈਡ ਕਰੇਗੀ, ਪਰ ਉਹਨਾਂ ਦਾ ਬੇਸਿਕ ਸੇਮ ਹੋਏਗਾ। ਫੋਰ ਐਗਜ਼ਾਮਪਲ ਅਗਰ ਤੁਸੀਂ ਕੋਈ ਰਿਪੋਰਟ ਜਨਰੇਟ ਕਰਨੀ ਹੈ ਤਾਂ ਉਹਨਾਂ ਦੇ ਅੰਦਰ ਜਿਵੇਂ ਇਹਨਾਂ ਨੇ ਮੈਂਸ਼ਨ ਕੀਤਾ ਹੈ ਮਾਰਜਿਨ ਹੈ, ਫੌਂਟ ਹੈ, ਫਾਈਲ ਮੈਨੀਪੂਲੇਸ਼ਨ ਹੈ, ਐਡਿਟ ਕਮਾਂਡਸ ਉਹ ਸਿਮਿਲਰ ਹੋਣਗੇ। PDF ਡਾਕੂਮੈਂਟ ਨੂੰ ਕਿੱਦਾਂ ਮਰਜ ਕਰਨਾ, ਕਿੱਦਾਂ ਡਿਵਾਈਡ ਕਰਨਾ ਹੈ ਨਾ, ਗੈਂਟ ਚਾਰਟਸ ਕਿੱਦਾਂ ਬਣਾਉਣੇ ਹੈ, ਟਾਈਮ ਲਾਈਨ ਦੇ ਉੱਤੇ ਕਿੱਦਾਂ ਤੁਸੀਂ ਟਰੈਕ ਕਰਕੇ ਉਹਦੀ ਰਿਪੋਰਟ ਜਨਰੇਟ ਕਰਨੀ ਹੈ, ਇੰਟਰਨੈਟ ਬਰਾਊਜ਼ਰਸ ਕਿੱਦਾਂ ਯੂਜ਼ ਕਰਨੇ ਹੈ, ਪ੍ਰੋਜੈਕਟ ਮੈਨੇਜਮੈਂਟ ਦੇ ਕੁਝ ਬੇਸਿਕ ਜਿਹੇ ਸੌਫਟਵੇਅਰ ਇਹ ਸਬਜੈਕਟ ਦੇ ਵਿੱਚ ਕਵਰ ਕੀਤੇ ਜਾਂਦੇ ਆ। ਉਸ ਤੋਂ ਬਾਅਦ ਤੀਜਾ ਸਬਜੈਕਟ ਆ ਗਿਆ ਜੀ ਅਪਲਾਈਡ ਮੈਥਮੈਟਿਕਸ। ਤਾਂ ਅਪਲਾਈਡ ਮੈਥਮੈਟਿਕਸ ਸਿਰਫ ਔਰ ਸਿਰਫ ਸਟਾਕ ਲੈਵਲਸ ਜਾਂ ਆਰਡਰ, ਡਿਮਾਂਡ, ਸਪਲਾਈ, ਇਹਨਾਂ ਨੂੰ ਸੇਲਸ ਟੈਕਸ ਕੈਲਕੂਲੇਸ਼ਨਸ, ਕਿਸੇ ਤਰ੍ਹਾਂ ਦੀ ਕੋਈ ਸੇਵਿੰਗਸ ਹੈ, ਕੋਈ ਡਿਸਕਾਊਂਟ ਹੈ, ਉਹਨਾਂ ਚੀਜ਼ਾਂ ਨੂੰ ਚੈੱਕ ਕਰਕੇ ਉਹ ਕਿੱਦਾਂ ਦਾ ਪ੍ਰੋਵਾਈਡ ਕਰਨਾ ਹੈ ਜੀ, ਕਿੱਦਾਂ ਦਾ ਖਰਚਾ ਆ ਰਿਹਾ, ਰਿਪੋਰਟ ਮੈਨੇਜਮੈਂਟ ਹੋ ਗਈ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡਾ ਅਪਲਾਈਡ ਮੈਥਮੈਟਿਕਸ ਦਾ ਸਬਜੈਕਟ ਹੈਲਪ ਕਰੇਗਾ। ਨੈਕਸਟ ਹੈ ਜੀ ਕਮਿਊਨੀਕੇਸ਼ਨ ਐਂਡ ਟੀਮ ਵਰਕ। ਡੈਫੀਨੇਟਲੀ ਤੁਸੀਂ ਜਦੋਂ ਉੱਥੇ ਕੰਮ ਕਰੋਗੇ ਵੱਡੀਆਂ ਕੰਪਨੀਆਂ ਦੇ ਅੰਦਰ, ਉੱਥੇ ਇੱਕ ਨਹੀਂ ਬਹੁਤ ਹੀ ਜ਼ਿਆਦਾ ਵੱਡੀਆਂ ਵੱਡੀਆਂ ਟੀਮਸ ਹੋਣਗੀਆਂ, ਹਰ ਇੱਕ ਤਰ੍ਹਾਂ ਦੀ ਟੀਮ ਦੇ ਨਾਲ ਤੁਸੀਂ ਕਮਿਊਨੀਕੇਟ ਕਰਨਾ ਹੈ। ਸੋ ਦ ਕਮਿਊਨੀਕੇਸ਼ਨ ਵਿਲ ਬੀ ਡੈਫੀਨੇਟਲੀ ਇਨ ਵਰਬਲ ਐਂਡ ਨਾਨ ਵਰਬਲ। ਇਨ ਰਾਈਟਿੰਗ ਤੁਸੀਂ ਕਿੱਦਾਂ ਕਰਨਾ ਹੈ, ਕਿਹੜੀਆਂ ਬੇਸਿਕਸ ਚੀਜ਼ਾਂ ਤੁਹਾਨੂੰ ਸਮਝਾਉਣਗੇ, ਸਪਲਾਇਰਸ ਕਿੱਦਾਂ ਦੇ ਜਿਵੇਂ ਆਪਾਂ ਕਹਿੰਦੇ ਪਰਚੇਜ਼ ਆਰਡਰਸ ਵਗੈਰਾ ਬਣਾਉਂਦੇ ਆ ਜਾਂ ਉਹਨਾਂ ਦੇ ਕੀ ਕੀ ਪ੍ਰੋਬਲਮਸ ਆਉਂਦੀਆਂ ਉਹ ਸਾਰੀਆਂ ਇਸੇ ਸਬਜੈਕਟ ਦੇ ਅੰਦਰ ਮੈਂਸ਼ਨ ਕੀਤੀਆਂ ਜਾਂਦੀਆਂ। ਕੀ ਕਮਿਊਨੀਕੇਟਰ ਦੀਆਂ ਗੁੱਡ ਕੁਆਲਿਟੀਜ਼ ਹੈ। ਤਾਂ ਕਮਿਊਨੀਕੇਸ਼ਨ ਐਂਡ ਟੀਮ ਵਰਕ ਦੇ ਵਿੱਚ ਮੇਨਲੀ ਇਹੀ ਚੀਜ਼ ਹੈ, ਕਿੱਦਾਂ ਤੁਸੀਂ ਟੀਮ ਵਰਕ ਦੇ ਵਿੱਚ ਰਹਿ ਕੇ ਤੁਸੀਂ ਉੱਥੇ ਕੰਮ ਕਰਨਾ ਹੈ। ਨੈਕਸਟ ਜੋ ਕੋਰਸ ਹੈ ਜੀ ਉਹਦਾ ਨਾਮ ਹੈ ਇੰਟਰੋਡਕਸ਼ਨ ਟੂ ਮੈਨੇਜਮੈਂਟ ਅਕਾਊਂਟਿੰਗ। ਤਾਂ ਡੈਫੀਨੇਟਲੀ ਜੋ ਸਪਲਾਈ ਐਂਡ ਡਿਮਾਂਡ ਦਾ ਕੰਮ ਹੈਗਾ ਹੈ ਨਾ, ਇਹਦੇ ਵਿੱਚ ਤੁਹਾਡੇ ਕੋਲ ਅਕਾਊਂਟਿੰਗ ਦਾ ਬਹੁਤ ਮੇਜਰ ਰੋਲ ਹੈ, ਬਿਕੋਜ਼ ਯੂ ਹੈਵ ਟੂ ਕੀਪ ਟਰੈਕ ਆਫ ਨੰਬਰ ਆਫ ਫਿਗਰਸ, ਸਪੈਸ਼ਲੀ ਪ੍ਰਾਈਸਿਸ, ਕਿੰਨਾ ਟੈਕਸ ਹੈ, ਕਿੰਨਾ ਜੋ ਕਹਿ ਲਓ ਖਰਚੇ ਹੈ, ਕਿੰਨਾ ਤੁਹਾਡਾ ਮਾਰਜਿਨ ਹੈ, ਕੋਸਟ ਵੋਲਿਊਮ ਪ੍ਰੋਫਿਟ ਐਨਾਲਿਸਿਸ ਦੇਖਣੇ ਆ ਤੁਸੀਂ। ਤਾਂ ਉਹਨਾਂ ਦੇ ਅਕੋਰਡਿੰਗ ਹੀ ਤੁਸੀਂ ਇਹ ਦੇਖਣਾ ਕਿ ਤੁਹਾਡੀ ਕੰਪਨੀ ਹਮੇਸ਼ਾ ਪ੍ਰੋਫਿਟ ਦੇ ਵਿੱਚ ਜਾਵੇ। ਕੋਈ ਲਾਸਿਸ ਹੈ ਤਾਂ ਤੁਸੀਂ ਉਹਨੂੰ ਪਹਿਲਾਂ ਆਈਡੈਂਟੀਫਾਈ ਕਰ ਲਓ ਤਾਂ ਕਿ ਉਹਨਾਂ ਨੂੰ ਰੂਲ ਆਊਟ ਕੀਤਾ ਜਾ ਸਕੇ। ਬਜਟ ਦੀ ਪਲੈਨਿੰਗ, ਇਹ ਸਾਰੀਆਂ ਚੀਜ਼ਾਂ ਇਸੇ ਸਬਜੈਕਟ ਦੇ ਅੰਦਰ ਪੜ੍ਹਾਈਆਂ ਜਾਂਦੀਆਂ ਜੀ। ਨੈਕਸਟ ਆ ਗਿਆ ਜੀ ਪ੍ਰੋਕਿਓਰਮੈਂਟ। ਪ੍ਰੋਕਿਓਰਮੈਂਟ ਦੇ ਵਿੱਚ ਕੀ ਹੈ ਕਿ ਤੁਸੀਂ ਕਿੱਦਾਂ ਦਾ ਕੰਮ ਨੂੰ ਸਿਕਿਉਰ ਕਰਨਾ ਹੈ ਨਾ, ਤੁਹਾਡੀ ਕਿੰਨੀ ਡਿਮਾਂਡ ਹੈ, ਕਿੰਨੀ ਇਨਵੈਂਟਰੀ ਤੁਹਾਨੂੰ ਚਾਹੀਦੀ ਹੈ, ਕਿੰਨੀ ਦੇਰ ਪਹਿਲਾਂ ਤੁਸੀਂ ਆਰਡਰ ਦੇਣਾ ਤਾਂ ਕਿ ਤੁਹਾਡਾ ਆਰਡਰ ਟਾਈਮ 'ਤੇ ਆ ਜਾਏ। ਤਾਂ ਇਹ ਸਾਰੀਆਂ ਚੀਜ਼ਾਂ ਇਹਦੇ ਅੰਦਰ ਕਵਰ ਹੋ ਰਹੀਆਂ। ਨੈਕਸਟ ਆ ਗਿਆ ਐਥਿਕਸ ਐਂਡ ਲੀਗਲ ਐਸਪੈਕਟਸ ਆਫ ਪ੍ਰੋਕਿਓਰਮੈਂਟ। ਜੋ ਵੀ ਲੀਗਲ ਚੀਜ਼ਾਂ ਰਿਲੇਟਿਡ ਹੈ ਕਿ ਉੱਥੇ ਦਾ ਕੰਮ ਹੈ, ਉੱਥੇ ਦੇ ਸੇਲਸ ਹੋ ਗਈਆਂ, ਉੱਥੇ ਦੇ ਟੈਕਸਿਸ ਹੋ ਗਏ, ਉੱਥੇ ਦੇ ਲਾਜ਼ ਹੋ ਗਏ, ਐਥਿਕਸ ਹੋ ਗਏ, ਉਹ ਚੀਜ਼ਾਂ ਨੂੰ ਉਹਨਾਂ ਬਾਰੇ ਵੀ ਸਟੂਡੈਂਟ ਨੂੰ ਪੜ੍ਹਾਇਆ ਜਾਂਦਾ ਤਾਂ ਕਿ ਉਹ ਚੀਜ਼ਾਂ ਫੋਲੋ ਹੋ ਜਾਣ। ਨੈਕਸਟ ਕਮਸ ਇਨਵੈਂਟਰੀ ਕੰਟਰੋਲ। ਸਟਾਕ ਲੈਵਲਸ ਦੇ ਉੱਤੇ ਧਿਆਨ ਰੱਖਣਾ ਹੈ, ਸਟਾਕ ਖਤਮ ਹੋਣ ਤੋਂ ਪਹਿਲਾਂ ਉਹਨਾਂ ਨੂੰ ਟਾਈਮ ਸਿਰ ਆਰਡਰ ਕਰ ਲੈਣਾ। ਸਟੋਰੇਜ ਕਿੱਦਾਂ ਕਰਨੀ ਹੈ, ਆਪਟੀਮਾਈਜੇਸ਼ਨ ਕਿੱਦਾਂ ਕਰਨੀ ਹੈ ਸਟੋਰੇਜ ਦੀ, ਪੈਰੀਸ਼ੇਬਲ ਆਈਟਮਸ ਨੂੰ ਕਿੱਦਾਂ ਸਟੋਰੇਜ ਕਰਨੀ ਹੈ ਜਾਂ ਕਿਹੜੀ ਜਗ੍ਹਾ 'ਤੇ ਸਟੋਰ ਕਰਨੀ ਹੈ, ਕਿੰਨੀ ਦੇਰ 'ਚ ਉਹਨਾਂ ਨੂੰ ਡਿਲੀਵਰ ਕਰਨਾ, ਉਹਨਾਂ ਦੀ ਐਕਸਪਾਇਰੀ ਡੇਟ ਕਦੋਂ ਆਏਗੀ, ਗੁੱਡਸ ਨੂੰ ਕਿਵੇਂ ਰਿਸੀਵ ਕਰਨਾ, ਸੌਫਟਵੇਅਰ ਦੇ ਅੰਦਰ ਕਿੱਦਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਸਬਮਿਟ ਕਰਨਾ। ਦੈਨ ਕਮਸ ਪ੍ਰੋਕਿਓਰਮੈਂਟ 2। ਇਹਦੇ ਵਿੱਚ ਕੀ ਹੈ, ਇਹ ਮੇਨਲੀ ਇਹ ਸਬਜੈਕਟ ਪਲੈਨਿੰਗ ਦੇ ਉੱਤੇ ਕੰਮ ਕਰੇਗਾ। ਕਾਸਟ ਆਫ ਓਨਰਸ਼ਿਪ ਕੈਲਕੂਲੇਟ ਹੁੰਦੀ ਹੈ, ਕੋਈ ਚੀਜ਼ਾਂ ਪਰਚੇਜ਼ ਕਰਨੀ ਹੈ, ਟੈਂਡਰਸ ਨੂੰ ਕਿੱਦਾਂ ਇਨਵਾਈਟ ਕਰਨਾ ਹੈ, ਔਰ ਉਸ ਤੋਂ ਬਾਅਦ ਟੈਂਡਰਸ ਨੂੰ ਕਿੱਦਾਂ ਹੈਂਡਲ ਕਰਨਾ ਹੈ ਇਲੈਕਟ੍ਰੋਨਿਕਲੀ। ਜੋ ਤੁਹਾਡੇ ਕੋਲ ਔਕਸ਼ਨਸ ਹੈ ਉੱਦਾਂ ਉਹਨੂੰ ਕਿੱਦਾਂ ਯੂਟੀਲਾਈਜ਼ ਕਰਨਾ, ਕਿੱਦਾਂ ਉਹਨਾਂ ਨੂੰ ਆਪਣੇ ਬਿਜ਼ਨਸ ਦੇ ਅਕੋਰਡਿੰਗ ਉੱਦਾਂ ਦੇ ਵਿੱਚੋਂ ਡੇਟਾ ਫੈਚ ਕਰਨਾ, ਇਨਫੋਰਮੇਸ਼ਨ ਫੈਚ ਕਰਨੀ ਅਤੇ ਯੂਜ਼ ਕਰਨਾ ਹੈ। ਦੈਨ ਕਮਸ ਦ ਬਿਜ਼ਨਸ ਕਮਿਊਨੀਕੇਸ਼ਨ। ਤਾਂ ਪਹਿਲਾਂ ਆਪਣੇ ਕੋਲ ਸੀਗੀ ਜਿਹੜੀ ਕਮਿਊਨੀਕੇਸ਼ਨ ਦਾ, ਇਟ ਵਾਜ਼ ਅ ਸਿੰਪਲ ਕਮਿਊਨੀਕੇਸ਼ਨ ਐਂਡ ਟੀਮ ਵਰਕ। ਨਾਓ ਐਵਰੀ ਕਮਿਊਨੀਕੇਸ਼ਨ ਵਿਲ ਬੀ ਅਕੋਰਡਿੰਗ ਟੂ ਦ ਐਥਿਕਸ ਐਂਡ ਕੋਡਸ ਆਫ ਦ ਬਿਜ਼ਨਸ। ਤਾਂ ਬਿਜ਼ਨਸ ਦੇ ਅੰਦਰ ਅਗਰ ਕਹਿੰਦੇ ਪ੍ਰੈਜੈਂਟੇਸ਼ਨ ਦੇਣੀ ਹੈ
ਤਾਂ ਹਾਊ ਯੂ ਹੈਵ ਟੂ ਗਿਵ ਦ ਪ੍ਰੈਜੈਂਟੇਸ਼ਨ, ਰਾਈਟਿੰਗ ਕਿੱਦਾਂ ਕਰਨੀ ਹੈ, ਹਾਊ ਯੂ ਹੈਵ ਟੂ ਰਾਈਟ ਲੈਟਰਸ ਔਰ ਪ੍ਰਪੋਜ਼ਲਸ। ਦੈਨ ਵੀ ਹੈਵ ਕੰਪਿਊਟਰਾਈਜ਼ਡ ਐਪਲੀਕੇਸ਼ਨ ਡਿਵੈਲਪਮੈਂਟਸ, ਤਾਂ ਕੁਛ ਤੁਹਾਡੇ ਕੋਲੇ ਕੰਪਿਊਟਰ ਦੇ ਨਾਲ ਰਿਲੇਟਡ ਵੀ ਕੰਮ ਹੋਏਗਾ ਹੈ ਨਾ। ਫੋਰ ਐਗਜ਼ਾਮਪਲ ਤੁਸੀਂ ਇੱਕ ਪਰਚੇਜ਼ ਆਰਡਰ ਬਣਾਉਣਾ ਹੈ, ਤਾਂ ਉਹ ਆਰਡਰ ਕਿੱਦਾਂ ਬਣਾਓਗੇ, ਉਹਨੂੰ ਕਿੱਦਾਂ ਐਡਿਟ ਕਰੋਗੇ। ਸਪਰੈਡਸ਼ੀਟ ਦਾ ਬਹੁਤ ਇੰਪੋਰਟੈਂਟ ਰੋਲ ਰਹਿੰਦਾ, ਐਕਸਲ ਜਿਹਨੂੰ ਆਪਾਂ ਕਹਿੰਦੇ ਹਾਂ ਪਾਈਵਟ ਟੇਬਲਸ ਯੂਟੀਲਾਈਜ਼ ਹੁੰਦੇ ਆ। ਐਂਡ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਰਿਪੋਰਟਿੰਗ ਦੇ ਵਿੱਚ ਬਹੁਤ ਵਧੀਆ ਰਿਜ਼ਲਟਸ ਲੈ ਕੇ ਆ ਸਕਦੇ ਹੋ। ਇਹ ਸਬਜੈਕਟਸ ਦੇ ਅੰਦਰ ਇੱਦਾਂ ਦੀਆਂ ਚੀਜ਼ਾਂ ਆ ਰਹੀਆਂ। ਦੈਨ ਵੀ ਹੈਵ ਨੈਗੋਸੀਏਸ਼ਨ, ਐਂਡ ਨੈਗੋਸੀਏਸ਼ਨ ਤਾਂ ਆਪਾਂ ਨੂੰ ਪਤਾ ਹੀ ਹੈ ਇੰਡੀਅਨਸ ਨੂੰ, ਵੀ ਆਰ ਵੈਰੀ ਕਲੀਅਰ ਅਬਾਊਟ ਇਟ ਕਿ ਕੋਈ ਵੀ ਮਾਮਲਾ ਜਦੋਂ ਵੀ ਸੈਟਲ ਕਰਨਾ ਉਹਦੀ ਫਾਈਨਲ ਕੀ ਤੁਹਾਡੇ ਕੋਲੇ ਡੀਲ ਹੋਏਗੀ ਹੈ, ਕੀ ਤੁਹਾਡੇ ਕੋਲੇ ਵਿਨ ਵਿਨ ਪ੍ਰਿੰਸੀਪਲਸ ਆਪਾਂ ਯੂਜ਼ ਕਰਨੇ ਆ, ਕਿੱਦਾਂ ਦਾ ਤੁਸੀਂ ਸੋਰਸਿਸ ਆਫ ਪਾਵਰ, ਵਿਜ਼ੂਅਲ, ਆਡੀਟਰੀ, ਕਿੱਦਾਂ ਇਹ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਕੇ ਕਮਿਊਨੀਕੇਟ ਕਰ ਰਹੇ ਹੋ, ਐਥਿਕਸ ਨੂੰ ਫੋਲੋ ਕਰ ਰਹੇ ਹੋ। ਐਂਡ ਫਾਈਨਲੀ ਯੂ ਕਮ ਟੂ ਅ ਗੁੱਡ ਡੀਲ। ਦੈਨ ਵੀ ਹੈਵ ਇੰਟਰਨੈਸ਼ਨਲ ਬਿਜ਼ਨਸ। ਇੰਟਰਨੈਸ਼ਨਲ ਬਿਜ਼ਨਸ ਦੇ ਵਿੱਚ ਕੀ ਹੈ ਕਿ ਡੈਫੀਨੇਟਲੀ ਆ ਕੰਪਨੀ ਵਿਲ ਬੀ ਹੈਂਡਲਿੰਗ ਸਮ ਆਫ ਦ ਇੰਟਰਨੈਸ਼ਨਲ ਕਲਾਇੰਟਸ ਆਲਸੋ, ਤਾਂ ਉਹਨਾਂ ਨੂੰ ਤੁਸੀਂ ਕਿੱਦਾਂ ਦਾ ਐਗਰੀਮੈਂਟਸ ਕਰਨੇ ਆ, ਉਹਨਾਂ ਦੇ ਨਾਲ ਕਮਿਊਨੀਕੇਸ਼ਨ ਕਿੱਦਾਂ ਰੱਖਣੀ ਹੈ, ਕੋਈ ਸਟਾਕ ਜਾਂ ਐਕਸਚੇਂਜ ਦਾ ਉਹਨਾਂ ਦੇ ਨਾਲ ਰਿਲੇਟਡ ਕੰਮ ਹੈ ਤਾਂ ਉਹਨੂੰ ਕਿਵੇਂ ਹੈਂਡਲ ਕਰਨਾ ਹੈ। ਦੈਨ ਵੀ ਹੈਵ ਬਿਜ਼ਨਸ ਫਰੈਂਚ, ਸੋ ਐਵਰੀਥਿੰਗ ਇਜ਼ ਦੇਅਰ। ਨੈਚੁਰਲ ਜੀ ਗੱਲ ਹੈ, ਫਰੈਂਚ ਦੇ ਅੰਦਰ ਵੀ ਤੁਹਾਡੇ ਕੋਲ ਕੁਝ ਕੰਮ ਆ ਰਿਹਾ, ਫਰੈਂਚ ਟਰਮੀਨੋਲੋਜੀ ਯੂਜ਼ ਹੁੰਦੀ ਹੈ, ਬਿਕੋਜ਼ ਡੈਫੀਨੇਟਲੀ ਜੋ ਵੀ ਚੀਜ਼ਾਂ ਆਪਣੇ ਕੋਲ ਹੈ, ਜੋ ਪ੍ਰੋਡਕਟਸ ਹੈ ਉਹਨਾਂ ਦੀ ਅਗਰ ਸ਼ਿਪਿੰਗ ਹੋ ਰਹੀ ਹੈ ਤਾਂ ਉਹਨਾਂ ਦੇ ਉੱਤੇ ਇਟ ਵਿਲ ਬੀ ਬਾਈਲਿੰਗੁਅਲ, ਇੰਗਲਿਸ਼ ਦੇ ਉੱਤੇ ਇੰਗਲਿਸ਼ ਦੇ ਨਾਲ ਅਤੇ ਫਰੈਂਚ ਦੇ ਨਾਲ ਉਹਦੇ ਉੱਤੇ ਚੀਜ਼ਾਂ ਲਿਖੀਆਂ ਹੋਣੀਆਂ। ਈਮੇਲ ਦੀਆਂ ਟੈਂਪਲੇਟਸ ਉਹ ਤੁਹਾਡੇ ਕੋਲ ਕੀ ਪਰਸਪੈਕਟਿਵ ਹੋਣੇ ਚਾਹੀਦੇ ਆ, ਯੂ ਸ਼ੁਡ ਬੀ ਵੈਰੀ ਵੈਲ ਇਕੁਇਪਡ ਵਿਦ ਆਲ ਦਿਸ ਥਿੰਗਸ, ਤਾਂ ਕਿ ਤੁਹਾਨੂੰ ਪਤਾ ਲੱਗ ਜੇ ਕਿ ਕਿਹੜਾ ਡਾਕੂਮੈਂਟ ਹੈ, ਤਾਂ ਉਹ ਬਿਜ਼ਨਸ ਔਰ ਇੰਗਲਿਸ਼ ਔਰ ਫਰੈਂਚ ਦੋਨਾਂ ਦੇ ਵਿੱਚ ਹੋਏਗਾ। ਤਾਂ ਫਰੈਂਚ ਦੇ ਬਾਰੇ ਜੋ ਨੌਲੇਜ ਹੈ, ਜੋ ਬੇਸਿਕ ਟਰਮੀਨੋਲੋਜੀ, ਵਰਬਸ, ਟਰਮਸ ਇਹਨਾਂ ਦੀ, ਉਹਨਾਂ ਦੇ ਬਾਰੇ ਦੱਸਣ ਲਈ ਇਹ ਬਿਜ਼ਨਸ ਫਰੈਂਚ ਦਾ ਸਬਜੈਕਟ ਹੈ। ਨੈਕਸਟ ਇਜ਼ ਦ ਪ੍ਰੋਕਿਓਰਮੈਂਟ ਟੈਕਨੋਲੋਜੀ ਟੂਲਸ। ਕੁਛ ਟੂਲਸ ਹੈ ਜਿਵੇਂ ਕਿ ERP ਹੋ ਗਿਆ, ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ, ਤਾਂ ਇਹ ਹੈ ਨਾ ਬਿਜ਼ਨਸ ਦੇ ਤੁਸੀਂ ਕੁਝ ਸੌਫਟਵੇਅਰ ਪੈਕੇजेस ਬਣਾ ਰਹੇ ਹੋ, ਕੁਛ ਐਸੈਟਸ ਹੈ ਉਹਨਾਂ ਦੇ ਡੇਟਾਬੇਸ ਹੈ, ਕੁਛ ਡੇਟਾ ਐਂਟਰੀ ਹੋ ਰਹੀ ਹੈ, ਕੋਈ ਮੋਡੀਫਿਕੇਸ਼ਨ ਹੈ, ਬੈਕਅਪ ਹੋ ਰਿਹਾ, ਡਿਸੀਜਨ ਮੇਕਿੰਗ ਹੋ ਰਹੀ ਹੈ, ਉਹ ਸਾਰੇ ਟੂਲਸ ਨੂੰ ਕਿੱਦਾਂ ਤੁਸੀਂ ਰੀਡ ਕਰਨਾ, ਕਿੱਦਾਂ ਹੈਂਡਲ ਕਰਨਾ ਹੈ ਫॉर ਦ ਬੈਟਰਮੈਂਟ ਆਫ ਦ ਬਿਜ਼ਨਸ। ਦੈਨ ਵੀ ਹੈਵ ਕੁਆਲਿਟੀ ਕਨਸੈਪਟਸ, ਕੁਆਲਿਟੀ ਕਿੱਦਾਂ ਮੇਨਟੇਨ ਕਰਨੀ ਹੈ, ਸਟੈਂਡਰਡਸ ਨੂੰ ਕਿੱਦਾਂ ਫੋਲੋ ਕਰਨਾ ਹੈ, ਅਸੈਪਟੇਬਿਲਿਟੀ ਲੈਵਲ ਨੂੰ ਕਿੱਦਾਂ ਚੈੱਕ ਕਰਨਾ ਹੈ, ਅਗਰ ਜੋ ਤੁਹਾਡਾ ਪ੍ਰੋਡਕਟ ਆ ਉਹ ਇਟ ਇਜ਼ ਨਾਟ ਅਕੋਰਡਿੰਗ ਟੂ ਦ ਸਟੈਂਡਰਡਸ ਤਾਂ ਉਹਨੂੰ ਰਿਜੈਕਸ਼ਨ 'ਚ ਪਾ ਦੇਣਾ ਹੈ, ਰਿਟਰਨ ਕਰ ਦੇਣਾ ਕੰਪਨੀ ਨੂੰ, ਇਹ ਸਾਰੀਆਂ ਚੀਜ਼ਾਂ ਦੀਆਂ। ਦੈਨ ਵੀ ਹੈਵ ਲੌਜਿਸਟਿਕਸ ਮੈਨੇਜਮੈਂਟ, ਤਾਂ ਲੌਜਿਸਟਿਕ ਮੈਨੇਜਮੈਂਟ ਦੇ ਅੰਦਰ ਮੇਨਲੀ ਕੀ ਹੈ ਕਿ ਪਹਿਲਾਂ ਇਨਵੈਂਟਰੀ ਹੈ ਜਿਹੜਾ ਉਹਨੂੰ ਤੁਸੀਂ ਕਿੱਦਾਂ ਐਕਵਾਇਰ ਕਰਨਾ, ਕਿੱਦਾਂ ਪਿਕਅਪ ਕਰਨਾ, ਕਿੱਦਾਂ ਟਰਾਂਸਫਰ ਕਰਨਾ, ਡਿਲੀਵਰ ਕਰਨਾ, ਹੈਂਡਲਿੰਗ ਆ ਗਈ ਉਹਦੇ ਬਾਰੇ, ਕਿੱਦਾਂ ਉਹਨੂੰ ਸਟੋਰੇਜ ਕਰਨੀ ਹੈ, ਕਿੱਦਾਂ ਰੱਖਣਾ ਹੈ, ਚੱਕਣਾ ਹੈ, ਇਹ ਚੀਜ਼ਾਂ ਆ ਗਈਆਂ। ਦੈਨ ਵੀ ਹੈਵ ਬਿਜ਼ਨਸ ਫਰੈਂਚ 2, ਤਾਂ ਇਹ ਥੋੜ੍ਹਾ ਜਿਹਾ ਉਸ ਤੋਂ ਪਹਿਲਾਂ ਵਾਲੇ ਨਾਲੋਂ ਐਡਵਾਂਸਡ ਆ ਗਿਆ, ਇਹਦੇ ਵਿੱਚ ਥੋੜ੍ਹੀ ਜਿਹੀ ਰਾਈਟਿੰਗ ਵੀ ਇੰਟਰੋਡਿਊਸ ਹੋ ਜਾਂਦੀ ਹੈ ਅਪਾਰਟ ਫਰੋਮ ਰੀਡਿੰਗ, ਤਾਂ ਬਾਕੀ ਸਾਰੀਆਂ ਚੀਜ਼ਾਂ ਉੱਦਾਂ ਹੀ ਰਹਿੰਦੀਆਂ। ਓਰਲ ਹੈ ਤੁਹਾਡੇ ਕੋਲੇ, ਗ੍ਰਾਮੈਟੀਕਲ, ਰਿਟਨ ਮੈਸੇजेस, ਉਹ ਸਾਰਾ ਫਰੈਂਚ ਦੇ ਅੰਦਰ ਹੈ। ਲਾਸਟ ਦੇ ਉੱਤੇ ਤੁਹਾਡੇ ਕੋਲ ਆਏਗਾ ਐਂਡ ਆਫ ਦ ਸਟੱਡੀਜ਼ ਪ੍ਰੋਜੈਕਟ, ਇੱਕ ਰੀਅਲ ਟਾਈਮ ਪ੍ਰੋਜੈਕਟ ਹੋਏਗਾ ਜਿਹਦੇ ਉੱਤੇ ਤੁਸੀਂ ਸਾਰੇ ਸਬਜੈਕਟ ਦੀ ਥੋੜ੍ਹੀ ਇੰਪਲੀਮੈਂਟੇਸ਼ਨ ਨੂੰ ਕਰਕੇ ਦਿਖਾਉਣਾ, ਦੈਟ ਵਿਲ ਬੀ ਯੋਰ ਫਾਈਨਲ। ਉਸ ਨੂੰ ਅਗਰ ਕਲੀਅਰ ਕਰਦੇ ਹੋ ਤਾਂ ਹੀ ਤੁਹਾਡੇ ਕੋਲ ਇਹ ਸਾਰੇ ਸਬਜੈਕਟਸ ਕਲੀਅਰ ਕਰਕੇ ਤੁਹਾਨੂੰ ਇਹ ਸਰਟੀਫਿਕੇਟ ਆਫਰ ਹੋਏਗਾ। ਸੋ ਦੈਟਸ ਆਲ ਫॉर ਟੁਡੇ ਰਿਗਾਰਡਿੰਗ ਦ CDI ਕਾਲਜ। ਆਪਾਂ ਅੱਜ ਕਿਊਬੈਕ ਦੇ ਅੰਦਰ ਮੌਂਟਰੀਅਲ ਦਾ ਇਹ ਕੋਰਸ ਇੱਕ ਡਿਸਕਸ ਕਰ ਰਹੇ ਸੀਗੇ ਜਿਹਦਾ ਨਾਮ ਹੈ ਸਪਲਾਈ ਚੇਨ ਮੈਨੇਜਮੈਂਟ। ਸੋ ਕੋਡ ਇਜ਼ LCA.FL। ਤਾਂ ਇੱਦਾਂ ਦੇ ਆਪਾਂ ਹੋਰ ਵੀ ਨੈਕਸਟ ਵੀਡੀਓਜ਼ ਦੇ ਅੰਦਰ ਚੀਜ਼ਾਂ ਡਿਸਕਸ ਕਰਦੇ ਰਹਾਂਗੇ। ਸਾਡਾ ਜੋ ਇਹ ਵੀਡੀਓਜ਼ ਬਣਾਉਣ ਦਾ ਪ੍ਰਾਈਮ ਏਮ ਹੈ ਉਹਦੇ ਵਿੱਚ ਸਿਰਫ ਇਹੀ ਹੈ ਕਿ ਸਟੂਡੈਂਟਸ ਨੂੰ ਇਹ ਨੌਲੇਜ ਦਿੱਤੀ ਜਾਵੇ ਕਿ ਸਬਜੈਕਟ ਦੇ ਅੰਦਰ ਜੋ ਕੋਰਸਿਸ ਆ ਉਹਨਾਂ 'ਚ ਕੀ ਕਰਵਾਇਆ ਜਾਏਗਾ, ਤਾਂ ਉਹਨਾਂ ਦਾ ਇੱਕ ਓਵਰਵਿਊ ਹੋ ਜਾਏਗਾ ਕਿ ਹਾਂਜੀ ਸਰ ਆਹ ਸਬਜੈਕਟ ਦੇ ਵਿੱਚ ਮੈਨੂੰ ਇੱਦਾਂ ਦੀਆਂ ਚੀਜ਼ਾਂ ਸਮਝਾਈਆਂ ਜਾਣਗੀਆਂ ਤਾਂ ਕਿ ਸਟੂਡੈਂਟ ਨੂੰ ਪਤਾ ਲੱਗੇ ਕਿ ਉੱਥੇ ਜਾ ਕੇ ਉਹਨੇ ਕੀ ਪੜ੍ਹਨਾ, ਕੀ ਸਮਝਣਾ ਅਤੇ ਕੀ ਕਰਨਾ। ਉਹਦੇ ਵਿੱਚੋਂ ਆਪਣੇ ਪ੍ਰੋਫਿਟੇਬਲੀ ਆਪਣੀਆਂ ਚੀਜ਼ਾਂ ਕਿਹੜੀਆਂ ਕੱਢਣੀਆਂ, ਕਿਹਦੇ ਵਿੱਚ ਉਹਨੇ ਸਪੈਸ਼ਲਾਈਜੇਸ਼ਨ ਕਰਨਾ, ਅਗਰ ਉੱਥੇ ਜਾ ਕੇ ਕੋਈ ਨੈਕਸਟ ਕੋਰਸ ਹੋਰ ਐਨਰੋਲ ਕਰਨਾ ਤਾਂ ਉਸ ਕੋਰਸ ਦੇ ਵਿੱਚ ਵੀ ਕਿਹੜੇ ਸਬਜੈਕਟਸ ਤੁਹਾਡੇ ਇਹਦੇ ਸਟਰੋਂਗ ਹੈ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਹੋਰ ਸਪੈਸ਼ਲਾਈਜ਼ ਕਰੋਗੇ, ਅਤੇ ਇੱਦਾਂ ਤੁਹਾਡੀਆਂ ਸਪੈਸ਼ਲਾਈਜੇਸ਼ਨਸ ਬਣਦੀਆਂ ਰਹਿਣਗੀਆਂ ਜੀ। ਅਤੇ ਇਹ ਮੇਨ ਕੰਮ ਹੈ। ਐਂਡ ਲਾਸਟ ਦੇ ਵਿੱਚ ਸਾਡੀ ਐਡਵਰਟੀਜ਼ਮੈਂਟ ਜ਼ਰੂਰ ਹੈ ਜੀ ਗੈਟ ਇਟ ਡਨ ਐਜੂਕੇਸ਼ਨ ਕੰਸਲਟੈਂਟ ਵੱਲੋਂ। ਅਗਰ ਤੁਸੀਂ ਕੋਈ ਵੀ ਐਜੂਕੇਸ਼ਨ ਰਿਲੇਟਡ ਤੁਹਾਡੇ ਕੋਲ ਕੁਝ ਕੰਮ ਹੈ ਤਾਂ ਤੁਸੀਂ ਸਾਨੂੰ ਕੰਸਲਟ ਕਰ ਲਓ, ਕੋਈ ਸਲਾਹ ਚਾਹੀਦੀ ਹੈ ਡੈਫੀਨੇਟਲੀ ਵੀ ਵਿਲ ਹੈਲਪ ਯੂ ਆਊਟ। ਕੋਈ ਤਰ੍ਹਾਂ ਦੀ ਤੁਹਾਡੀ ਜੋ ਰਿਕੁਆਇਰਮੈਂਟ ਹੈ, ਕੁਝ ਸਮਝਣੀਆਂ ਕੋਰਸਿਸ ਜਾਂ ਉਹਨਾਂ ਦੇ ਅੰਦਰ ਕੁਝ ਅੱਗੇ ਨਹੀਂ ਪਤਾ ਲੱਗ ਰਿਹਾ ਕਿ ਹਾਂਜੀ ਆਹ ਟੌਪਿਕ ਹੈ ਜੀ ਇਹ ਕਿੱਦਾਂ ਕਰਨਾ, ਸੋ ਡੈਫੀਨੇਟਲੀ ਯੂ ਕੈਨ ਕਮ ਟੂ ਅਸ ਐਂਡ ਵੀ ਆਰ ਆਲਵੇਜ਼ ਹੇਅਰ ਟੂ ਹੈਲਪ ਯੂ ਆਊਟ। ਥੈਂਕ ਯੂ ਜੀ, ਥੈਂਕ ਯੂ ਆਲ। ਅਗਲੀ ਵਾਰ ਆਵਾਂਗੇ ਨਵੇਂ ਵੀਡੀਓ ਦੇ ਨਾਲ।